ਕੈਨੇਡਾ ਨੂੰ ਆਪਣੀ ਇੱਕ ਹੋਰ ਯੂਨੀਵਰਸਿਟੀ ਮਿਲ ਗਈ ਹੈ, ਜਿਸ ਦਾ ਅਧਿਕਾਰਤ ਤੌਰ ਤੇ ਐਲਾਨ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕੀਤਾ ਹੈ। ਯੂਕੋਨ ਕਾਲਜ ਨੂੰ ਯੂਕੋਨ ਯੂਨੀਵਰਸਿਟੀ ਦਾ ਦਰਜਾ ਅਧਿਕਾਰਤ ਤੌਰ ਤੇ ਕੈਨੇਡਾ ਵਿੱਚ ਮਿਲ ਗਿਆ ਹੈ, ਜਿਸ ਦੇ ਉੱਤੇ ਕਈ ਸਾਲ ਤੋਂ ਕੰਮ ਚੱਲ ਰਿਹਾ ਸੀ। ਅਧਿਕਾਰਤ ਤੌਰ ਤੇ ਐਲਾਨ ਹੋ ਗਿਆ ਹੈ ਕਿ ਯੂਕੋਨ ਕਾਲਜ ਹੁਣ ਯੂਕੋਨ ਯੂਨੀਵਰਸਿਟੀ ਬਣ ਗਈ ਹੈ, ਜੋ ਕਿ ਵਾਈਟ ਹਾਰਸ ਤੋਂ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਹੁਣ ਯੂਕੋਨ ਯੂਨੀਵਰਸਿਟੀ ਆਪਣੇ ਵੱਲੋਂ ਡਿਗਰੀਆਂ ਗ੍ਰਾਂਟ ਕਰ ਸਕੇਗੀ। ਕਈ ਸਾਲ ਤੋਂ ਇਸ ਦੇ ਉੱਤੇ ਕੰਮ ਚੱਲ ਰਿਹਾ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਜਾਣਕਾਰੀ ਦਿੰਦੇ ਹੋਏ ਇਸ ਦੀ ਜਦੋਂ ਪੁਸ਼ਟੀ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਖੁਸ਼ੀਆਂ ਮਨਾਉਣ ਦਾ ਸਮਾਂ ਹੈ, ਕਿਉਂਕਿ ਨੌਜਵਾਨਾਂ ਦੇ ਲਈ ਜਦੋਂ ਵੀ ਕਦੇ ਕੋਈ ਕਦਮ ਚੁੱਕਿਆ ਜਾਂਦਾ ਹੈ ਤਾਂ ਉਹਨਾਂ ਦੀ ਕਾਮਯਾਬੀ ਦੇ ਵੱਲ ਕਦਮ ਚੁੱਕਿਆ ਜਾਂਦਾ, ਜਿਸ ਦੇ ਵਿੱਚ ਉਹ ਆਪਣੇ ਸੁਪਨੇ ਪੂਰੇ ਕਰਦੇ ਨੇ। ਤੇ ਇਸ ਯੂਨੀਵਰਸਿਟੀ ਦੇ ਵਿੱਚ ਵੀ ਕੁਝ ਅਜਿਹਾ ਹੀ ਹੋਵੇਗਾ, ਜਿਸ ਸੰਬੰਧੀ $26 ਮਿਲੀਅਨ ਫੈਡਰਲ ਫੰਡ ਦਾ ਵੀ ਐਲਾਨ ਕੀਤਾ ਗਿਆ, ਜੋ ਕਿ ਨਵੇਂ ਸਾਇੰਸ ਬਿਲਡਿੰਗ ਦੇ ਵਾਸਤੇ ਵਰਤਿਆ ਜਾਵੇਗਾ, ਜੋ ਕਿ ਵਾਈਟ ਹਾਰਸ ਕੈਂਪਸ ਦੇ ਵਿੱਚ ਤਿਆਰ ਹੋਵੇਗੀ। ਕਾਲਜ ਦੇ ਯੂਨੀਵਰਸਿਟੀ ਬਣਨ ਦੇ ਉੱਤੇ ਯੂਕੋਨ ਯੂਨੀਵਰਸਿਟੀ ਦੇ ਵੱਲੋਂ ਜਸ਼ਨ ਮਨਾਉਣ ਦੀ ਤਿਆਰੀ ਵੀ ਸਪਰਿੰਗ ਦੇ ਵਿੱਚ ਕੀਤੀ ਗਈ ਸੀ, ਪਰ ਕੋਵਿਡ-19 ਦੇ ਕਰਕੇ ਅਜਿਹਾ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਯੂਨੀਵਰਸਿਟੀ ਨੇ ਆਪਣੀ ਇੱਕ ਨਵੀਂ ਵੈਬਸਾਈਟ ਵੀ ਲਾਂਚ ਕਰ ਦਿੱਤੀ ਹੈ, ਜਿਸ ਦੇ ਵਿੱਚ ਯੂਨੀਵਰਸਿਟੀ ਦਾ ਨਵਾਂ ਲੋਗੋ ਵੀ ਲਗਾਇਆ ਗਿਆ ਹੈ ਤੇ ਨਾਲ ਹੀ ਯੂਕੋਨ ਯੂਨੀਵਰਸਿਟੀ ਨਾਲ ਸੰਬੰਧਿਤ ਕੱਪੜੇ ਤੇ ਚੀਜ਼ਾਂ ਵੇਚਣੀਆਂ ਉਸ ਵੈਬਸਾਈਟ ਤੋਂ ਸ਼ੁਰੂ ਵੀ ਕੀਤੀਆਂ ਨੇ। ਇੱਥੇ ਜ਼ਿਕਰਯੋਗ ਹੈ ਕਿ 1963 ਦੇ ਵਿੱਚ ਵਾਈਟ ਹਾਰਸ ਵੋਕੇਸ਼ਨਲ ਐਂਡ ਟੈਕਨੀਕਲ ਟ੍ਰੇਨਿੰਗ ਸੈਂਟਰ ਇੱਕ ਉੱਥੇ ਖੁੱਲ੍ਹਿਆ ਸੀ, ਜਿਸ ਤੋਂ 20 ਸਾਲ ਬਾਅਦ ਉਹ ਯੂਕੋਨ ਕਾਲਜ ਬਣ ਗਿਆ, ਜਿਸ ਦੇ ਹੁਣ 13 ਕੈਂਪਸ ਨੇ ਜੋ ਪੂਰੀ ਟੈਰੀਟਰੀਜ਼ ਦੇ ਵਿੱਚ ਨੇ, ਤੇ ਨਾਲ ਹੀ 50 ਤੋਂ ਵੱਧ ਡਿਗਰੀ, ਡਿਪਲੋਮਾ, ਸਰਟੀਫਿਕੇਟ, ਟ੍ਰੇਡ ਤੇ ਯੂਨੀਵਰਸਿਟੀ ਦੇ ਹੋਰ ਪ੍ਰੋਗਰਾਮਸ ਤੇ ਪੜ੍ਹਾਈ ਇੱਥੇ ਹੁੰਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਯੂਕੋਨ ਯੂਨੀਵਰਸਿਟੀ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਵੀ ਕਈ ਪ੍ਰੋਗਰਾਮ ਨੇ, ਜਿੱਥੇ ਇੰਟਰਨੈਸ਼ਨਲ ਸਟੂਡੈਂਟ ਵੀ ਦਾਖਲਾ ਲੈ ਸਕਦੇ ਨੇ ਜੋ ਵੱਖੋ ਵੱਖਰੇ ਦੇਸ਼ਾਂ ਵਿੱਚ ਕੈਨੇਡਾ ਤੋਂ ਬਾਹਰ ਬੈਠੇ ਹੋਣ, ਜਿਸ ਦੇ ਵਿੱਚ ਜੇਕਰ ਕੁਝ ਉਦਾਹਰਨਾਂ ਦੀ ਗੱਲ ਕਰੀਏ ਤਾਂ ਐਵੀਏਸ਼ਨ ਮੈਨੇਜਮੈਂਟ ਦਾ ਡਿਪਲੋਮਾ ਹੈ, ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਸਰਟੀਫਿਕੇਟ, ਡਿਪਲੋਮਾ ਤੇ ਬੈਚਲਰ ਡਿਗਰੀ ਤਿੰਨੇ ਨੇ, ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਦਾ ਸਰਟੀਫਿਕੇਟ ਤੇ ਡਿਪਲੋਮਾ ਹੈ, ਜਨਰਲ ਸਟੱਡੀਜ਼ ਦਾ ਸਰਟੀਫਿਕੇਟ ਤੇ ਡਿਪਲੋਮਾ ਹੈ, ਐਜੂਕੇਸ਼ਨ ਯੂਕੋਨ ਨੇਟਿਵ ਟੀਚਰ ਵਾਸਤੇ ਬੈਚਲਰ ਡਿਗਰੀ ਹੈ, ਹੈਰੀਟੇਜ ਐਂਡ ਕਲਚਰ ਵਾਸਤੇ ਸਰਟੀਫਿਕੇਟ ਹੈ, ਇੰਡੀਜੀਨਸ ਗਵਰਨੈਂਸ ਵਾਸਤੇ ਬੈਚਲਰ ਡਿਗਰੀ ਹੈ, ਜੀਓਲੋਜੀਕਲ ਟੈਕਨੋਲੋਜੀ ਵਾਸਤੇ ਸਰਟੀਫਿਕੇਟ ਤੇ ਡਿਪਲੋਮਾ ਹੈ, ਲਿਬਰਲ ਆਰਟਸ ਦੇ ਵਾਸਤੇ ਸਰਟੀਫਿਕੇਟ ਡਿਪਲੋਮਾ ਹੈ, ਮਲਟੀਮੀਡੀਆ ਕਮਿਊਨੀਕੇਸ਼ਨ ਵਾਸਤੇ ਵੀ ਸਰਟੀਫਿਕੇਟ ਹੈ, ਨਾਰਦਰਨ ਇਨਵਾਇਰਮੈਂਟਲ ਤੇ ਕੰਜ਼ਰਵੇਸ਼ਨ ਸਾਇੰਸਿਸ ਦੇ ਲਈ ਡਿਪਲੋਮਾ ਵੀ ਹੈ ਤੇ ਬੈਚਲਰ ਡਿਗਰੀ ਵੀ ਹੈ, ਨਾਰਦਰਨ ਜਸਟਿਸ ਐਂਡ ਕ੍ਰਿਮੀਨੋਲੋਜੀ ਦੇ ਲਈ ਸਰਟੀਫਿਕੇਟ ਵੀ ਹੈ, ਡਿਪਲੋਮਾ ਵੀ ਹੈ ਤੇ ਟ੍ਰਾਂਸਫਰੇਬਲ ਵੀ ਹੈ, ਨਾਰਦਰਨ ਫਰਸਟ ਨੇਸ਼ਨ ਸਟੱਡੀ ਵੀ ਹੈ, ਜਿਸ ਦਾ ਡਿਪਲੋਮਾ ਵੀ ਹੈ ਤੇ ਟ੍ਰਾਂਸਫਰੇਬਲ ਵੀ ਹੈ। ਇਸ ਦੌਰਾਨ ਜਦੋਂ ਵੈਬਸਾਈਟ 'ਤੇ ਜਾ ਕੇ ਤੁਸੀਂ ਦੇਖੋਗੇ, ਜੇਕਰ ਇੰਟਰਨੈਸ਼ਨਲ ਸਟੂਡੈਂਟ ਦੇ ਵਜੋਂ ਵੀ ਆਉਣਾ ਹੈ ਤਾਂ ਸਿਰਫ ਪ੍ਰੋਗਰਾਮ ਹੀ ਨਹੀਂ ਦੱਸੇ ਗਏ ਤੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਤੁਸੀਂ ਕਿਹੜੇ ਇਨਟੇਕ ਦੇ ਵਿੱਚ ਪੜ੍ਹਾਈ ਚੁੱਕ ਸਕਦੇ ਹੋ ਤੇ ਦਾਖਲਾ ਲੈ ਸਕਦੇ ਹੋ। ਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਖੁਦ ਵੀ ਦਾਖਲਾ ਲੈਣਾ ਚਾਹੁੰਦੇ ਨੇ ਤੇ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੇ ਲਈ ਸਿਰਫ ਕੱਲੇ ਪ੍ਰੋਗਰਾਮ ਹੀ ਨਹੀਂ, ਵੈਬਸਾਈਟ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਤੁਸੀਂ, ਤੇ ਫੀਸ ਤੇ ਪੂਰਾ ਖਰਚਾ ਵੀ ਪੜ੍ਹਾਈ ਦਾ ਉਸ ਦੇ ਵਿੱਚ ਲਿਖਿਆ ਹੋਇਆ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਪਹਿਲਾਂ ਜਦੋਂ ਐਪਲੀਕੇਸ਼ਨ ਦੇਣੀ ਹੈ ਤਾਂ $100 ਲੱਗਣੇ ਨੇ, ਜੋ ਕਿ ਵਾਪਸ ਨਹੀਂ ਮੁੜਨੇ, ਤੇ ਇਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਟਿਊਸ਼ਨ ਫੀਸ ਪਹਿਲਾਂ ਭਰਾਉਣੀ ਪੈਣੀ ਹੈ ਜੇਕਰ ਲੈਟਰ ਆਫ ਅਸੈਪਟੈਂਸ ਚਾਹੀਦਾ ਹੈ, ਕਿਉਂਕਿ ਇਹੋ ਲੈਟਰ ਹੁੰਦਾ ਜਿਸ ਤੋਂ ਬਾਅਦ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ, ਯਾਨੀ ਕਿ ਪਹਿਲਾਂ ਟਿਊਸ਼ਨ ਫੀ ਭਰਾਉਣੀ ਪੈਣੀ ਹੈ ਤੇ ਬਾਕੀ ਪ੍ਰੋਗਰਾਮ ਦੀ ਫੀਸ ਹੈ ਜਿਹੜੀ ਉਹ ਬਾਅਦ ਵਿੱਚ ਭਰਵਾਈ ਜਾ ਸਕਦੀ ਹੈ। ਇਸ ਦੇ ਵਿੱਚ ਉੱਪਰ ਹੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਹੀ ਪਰ ਸਮੈਸਟਰ ਜਿਹੜੀ ਫੀਸ ਹੈ ਉਸ ਹਿਸਾਬ ਨਾਲ, ਜਿਵੇਂ ਕਿ ਜੇ ਟ੍ਰੇਡਸ ਪ੍ਰੋਗਰਾਮ ਹੈ ਤਾਂ 20 ਹਫ਼ਤੇ ਦਾ, ਜੇਕਰ ਸਮੈਸਟਰ ਹੈ ਤਾਂ ਉਸ ਦੀ ਇੰਟਰਨੈਸ਼ਨਲ ਸਟੂਡੈਂਟਸ ਦੀ ਫੀਸ ਹੈ ਕੁੱਲ $5200 ਹੈ। ਤੇ ਕੁਝ ਇਸੇ ਤਰ੍ਹਾਂ ਹਰ ਪ੍ਰੋਗਰਾਮ ਦੇ ਬਾਰੇ ਤੇ ਹਰ ਸਮੈਸਟਰ ਨਾਲ ਸੰਬੰਧਿਤ ਤੇ ਕਾਸਟ ਪਰ ਕ੍ਰੈਡਿਟ ਵੀ ਫੀਸ ਦਾ ਜ਼ਿਕਰ ਇਸ ਦੇ ਵਿੱਚ ਕੀਤਾ ਗਿਆ, ਤੁਸੀਂ ਖੁਦ ਦੇਖ ਸਕਦੇ ਹੋ ਤੇ ਪੂਰੀ ਜਾਣਕਾਰੀ ਇਸ ਦੇ ਵਿੱਚ ਲੈ ਸਕਦੇ ਹੋ, ਤੇ ਨਾਲ ਹੀ ਦਾਖਲਾ ਲੈਣ ਸੰਬੰਧੀ ਵੀ ਜਾਣਕਾਰੀ ਹੈ। ਅਕਮੋਡੇਸ਼ਨ ਦਾ ਵੀ ਜ਼ਿਕਰ ਹੈ ਕਿ ਜੇ ਕੈਂਪਸ ਦੇ ਵਿੱਚ ਹੀ ਰਹਿਣਾ ਹੋਵੇ ਤਾਂ ਉਸ ਦੇ ਲਈ ਕਿਸ ਤਰ੍ਹਾਂ ਦੀਆਂ ਸਹੂਲਤਾਂ ਨੇ ਤੇ ਕੀ ਫੀਸ ਹੈਗੀ ਹੈ ਉਹਦੇ ਲਈ। ਜਿਹੜੇ ਵੀ ਕੈਨੇਡਾ ਤੋਂ ਬਾਹਰ ਵਿਦਿਆਰਥੀ ਬੈਠੇ ਨੇ, ਇੰਟਰਨੈਸ਼ਨਲ ਸਟੂਡੈਂਟ ਨੇ, ਉਹ ਯੂਕੋਨ ਯੂਨੀਵਰਸਿਟੀ ਦੇ ਵਿੱਚ ਜੇਕਰ ਦਾਖਲਾ ਲੈਣਾ ਚਾਹੁੰਦੇ ਨੇ ਤਾਂ ਉਹਨਾਂ ਸੰਬੰਧੀ ਸਾਰੀ ਜਾਣਕਾਰੀ ਇਸ ਦੇ ਉੱਤੇ ਮੌਜੂਦ ਹੈ
ਕਿ ਕਿਸ ਤਰ੍ਹਾਂ ਯੂਨੀਵਰਸਿਟੀ 'ਚ ਪੜ੍ਹਾਈ ਕਰਾਈ ਜਾਂਦੀ ਹੈ ਅਤੇ ਕਿਹੜੇ ਕੋਰਸ ਨੇ, ਕਿਹੜੇ ਪ੍ਰੋਗਰਾਮ ਨੇ ਅਤੇ ਅੱਗੇ ਉਸ ਦਾ ਭਵਿੱਖ ਕੀ ਹੈ, ਅਤੇ ਇਸ ਦੇ ਨਾਲ ਹੀ ਕੈਂਪਸ ਦੇ ਬਾਰੇ ਵੀ ਪੂਰੀ ਜਾਣਕਾਰੀ ਇਸ ਦੇ ਵਿੱਚ ਸਾਂਝੀ ਕੀਤੀ ਗਈ ਹੈ। ਯੂਕੋਨ ਯੂਨੀਵਰਸਿਟੀ ਦੇ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀ ਦੇਣ ਦੀ ਕੋਸ਼ਿਸ਼ ਇਸ ਕਰਕੇ ਕੀਤੀ ਹੈ ਤਾਂ ਕਿ ਜਦੋਂ ਵੀ ਕਿਸੇ ਯੂਨੀਵਰਸਿਟੀ ਦੇ ਵਿੱਚ ਜਾਂ ਕਿਸੇ ਕਾਲਜ ਦੇ ਵਿੱਚ ਦਾਖਲਾ ਲੈਣਾ ਹੋਵੇ ਤਾਂ ਉਸ ਦੇ ਸੰਬੰਧੀ ਜਿਹੜੀ ਜਾਣਕਾਰੀ ਹੈ ਉਹ ਬਹੁਤ ਸੁਖਾਲੇ ਤਰੀਕੇ ਨਾਲ ਮਿਲ ਜਾਂਦੀ ਹੈ। ਉਹਨਾਂ ਦੀ ਵੈਬਸਾਈਟ ਤੋਂ ਅਤੇ ਉਸ ਦੇ ਵਿੱਚ ਵਿਸਥਾਰ ਦੇ ਵਿੱਚ ਇੱਕ ਚੀਜ਼ ਲਿਖੀ ਹੁੰਦੀ ਹੈ ਕਿ ਫੀਸ ਕਿੰਨੀ ਹੈ, ਕਿਵੇਂ ਦਾਖਲਾ ਹੋਣਾ ਹੈ, ਕਿੰਨਾ ਖਰਚਾ ਆਉਣਾ ਹੈ, ਕਿਹੜੀ ਫੀਸ ਵਾਪਸ ਹੋ ਜਾਣੀ ਹੈ ਅਤੇ ਕਿਹੜੀ ਨਹੀਂ ਹੋਣੀ, ਕਿਉਂਕਿ ਬਹੁਤ ਸਾਰੇ ਅਜਿਹੇ ਇੰਟਰਨੈਸ਼ਨਲ ਸਟੂਡੈਂਟ ਹੁੰਦੇ ਨੇ ਜਿਹੜੇ ਫੀਸ ਭਰਾ ਦਿੰਦੇ ਨੇ, ਬਾਅਦ ਵਿੱਚ ਯੂਨੀਵਰਸਿਟੀ ਜਾਂ ਕਾਲਜ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਨੇ ਜਾਂ ਫਿਰ ਉਹ ਉਸ ਨੂੰ ਅੱਗੇ ਪੜ੍ਹਾਈ ਨੂੰ ਅੱਗੇ ਜਾਰੀ ਨਹੀਂ ਕਰਨਾ ਚਾਹੁੰਦੇ ਜਾਂ ਫਿਰ ਉਹ ਭਾਰਤ ਤੋਂ ਹੀ ਮੁੜ ਕੇ ਜਾਂ ਫਿਰ ਕਿਸੇ ਵੀ ਦੇਸ਼ ਤੋਂ ਮੁੜ ਕੇ ਕੈਨੇਡਾ ਨਹੀਂ ਆਉਣਾ ਚਾਹੁੰਦੇ। ਪਰ ਉਸ ਮੌਕੇ ਜਦੋਂ ਉਹ ਫੀਸ ਨੂੰ ਵਾਪਸ ਕਰਵਾਉਣ ਦੀ ਗੱਲ ਕਰਦੇ ਨੇ ਤਾਂ ਉਸ ਮੌਕੇ ਕਈ ਵਾਰ ਪਤਾ ਲੱਗਦਾ ਹੈ ਕਿ ਫੀਸ ਤਾਂ ਵਾਪਸ ਮੁੜਨੀ ਹੀ ਨਹੀਂ। ਤਾਂ ਇਸ ਦੇ ਵਿੱਚ ਸਾਰੀਆਂ ਯੂਨੀਵਰਸਿਟੀਜ਼ ਅਤੇ ਕਾਲਜਿਸ ਜਿਹੜੇ ਇਸ ਵਕਤ ਐਡਮਿਸ਼ਨ ਦਿੰਦੇ ਨੇ, ਦਾਖਲਾ ਦਿੰਦੇ ਨੇ, ਤਾਂ ਉੱਥੇ ਜ਼ਿਕਰ ਕੀਤਾ ਹੁੰਦਾ ਉਹਨਾਂ ਨੇ ਕਿ ਉਹ ਫੀਸ ਉਹਨਾਂ ਨੇ ਮੋੜਨੀ ਹੈ ਜਾਂ ਨਹੀਂ, ਨਾਨ ਰਿਫੰਡੇਬਲ ਹੈ, ਰਿਫੰਡੇਬਲ ਹੈ, ਉਸ ਦਾ ਜ਼ਿਕਰ ਕੀਤਾ ਹੋਇਆ ਹੁੰਦਾ ਹੈ ਅਤੇ ਫੀਸ ਕਿੰਨੀ ਹੈ ਉਸ ਦਾ ਜ਼ਿਕਰ ਵੀ ਕੀਤਾ ਹੋਇਆ ਹੁੰਦਾ ਹੈ। ਇੱਥੋਂ ਤੱਕ ਕਿ ਐਪਲੀਕੇਸ਼ਨ ਵੀ ਆਪ ਭਰੀ ਜਾ ਸਕਦੀ ਹੈ, ਐਡਮਿਸ਼ਨ ਵੀ ਆਪ ਲਈ ਜਾ ਸਕਦੀ ਹੈ ਤਾਂ ਕਿ ਜਿਹੜੇ ਵਾਧੂ ਪੈਸੇ ਦੇਣੇ ਪੈਂਦੇ ਨੇ ਏਜੰਟਸ ਨੂੰ ਉਹ ਨਾ ਦੇਣੇ ਪੈਣ। ਜਿੰਨੇ ਫੀਸ ਹੈਗੀ ਹੈ ਅਤੇ ਜਿੰਨੇ ਪੈਸੇ ਕਾਲਜ ਦੇ ਵੱਲੋਂ ਯੂਨੀਵਰਸਿਟੀ ਵੱਲੋਂ ਮੰਗੇ ਜਾਂਦੇ ਨੇ ਉਨੇ ਹੀ ਦਿੱਤੇ ਜਾਣ। ਅਤੇ ਸਭ ਤੋਂ ਅਹਿਮ ਇੱਥੇ ਗੱਲ ਇਹ ਵੀ ਹੈ ਕਿ ਜਦੋਂ ਤੁਸੀਂ ਅਪਲਾਈ ਕਰਦੇ ਹੋ ਤਾਂ CIC ਦੀ ਵੈਬਸਾਈਟ ਦੇ ਉੱਤੇ ਜਾ ਕੇ ਇਹ ਜ਼ਰੂਰ ਦੇਖੋ ਕਿ ਜਿਹੜੇ ਕਾਲਜ ਵਿੱਚ, ਜਿਹੜੀ ਯੂਨੀਵਰਸਿਟੀ 'ਚ ਤੁਸੀਂ ਐਡਮਿਸ਼ਨ ਲੈ ਰਹੇ ਹੋ ਉਹ CIC ਦੀ ਸੂਚੀ ਵਿੱਚ ਮੌਜੂਦ ਹੈ ਜਾਂ ਨਹੀਂ, ਕਿ ਉਸ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲੇਗਾ ਜਾਂ ਨਹੀਂ, ਕਿਉਂਕਿ ਜਿਹੜੇ ਕਾਲਜ ਉਸ ਸੂਚੀ ਵਿੱਚ ਮੌਜੂਦ ਨਹੀਂ ਹੁੰਦੇ, ਜਿਹੜੀਆਂ ਯੂਨੀਵਰਸਿਟੀਆਂ ਮੌਜੂਦ ਨਹੀਂ ਹੁੰਦੀਆਂ ਅਤੇ ਕਿਹੜੇ ਕੋਰਸ ਨੇ, ਇਹ ਨਹੀਂ ਹੈ ਕਿ ਇੱਕ ਕਾਲਜ ਜੇਕਰ CIC ਦੀ ਸੂਚੀ ਵਿੱਚ ਮੌਜੂਦ ਹੈ ਤਾਂ ਉਸਦੇ ਸਾਰੇ ਪ੍ਰੋਗਰਾਮ ਨੇ ਜਿਹੜੇ ਉਹ ਵੀ ਉਸ ਸੂਚੀ 'ਚ ਹੋਣਗੇ। ਸਗੋਂ ਹਰ ਕਾਲਜ ਦੇ, ਹਰ ਯੂਨੀਵਰਸਿਟੀ ਦੇ ਵੱਖਰੇ ਪ੍ਰੋਗਰਾਮ ਨੇ ਜਿਹੜੇ ਉਹਨਾਂ ਨੂੰ ਚੁਣਿਆ ਜਾਂਦਾ ਹੈ ਅਤੇ ਉਹ ਪ੍ਰੋਗਰਾਮ ਜਿਹੜੇ ਸੂਚੀ ਵਿੱਚ ਰੱਖੇ ਜਾਂਦੇ ਨੇ ਕਿ ਸਿਰਫ ਉਹਨਾਂ ਨੂੰ ਹੀ ਅੱਗੇ ਜਾ ਕੇ ਵਰਕ ਪਰਮਿਟ ਮਿਲਦਾ ਹੈ। ਤਾਂ ਇੱਥੇ ਵੀ ਧਿਆਨ ਦੇਣ ਯੋਗ ਹੈ ਕਿ ਜਿਹੜਾ ਤੁਸੀਂ ਪ੍ਰੋਗਰਾਮ ਚੱਕਿਆ ਕਿ ਉਸ ਪ੍ਰੋਗਰਾਮ ਨੂੰ ਅੱਗੇ ਵਰਕ ਪਰਮਿਟ ਮਿਲੇਗਾ ਕਿ ਨਹੀਂ, ਇਹ ਖੁਦ ਜਾ ਕੇ ਇੱਕ ਵਾਰ ਇਸ ਸੰਬੰਧੀ ਪੂਰੀ ਤਰ੍ਹਾਂ ਜ਼ਰੂਰ ਪੜਤਾਲ ਕੀਤੀ ਜਾਵੇ, ਕਿਉਂਕਿ ਜਿੰਨੀ ਜ਼ਿਆਦਾ ਤੁਸੀਂ ਜਾਣਕਾਰੀ ਆਪ ਲਵੋਗੇ, ਆਪ ਇਸ ਦੀ ਪੜਤਾਲ ਕਰੋਗੇ ਤਾਂ ਕਿਸੇ ਦੇ ਝਾਂਸੇ ਵਿੱਚ ਆਉਣ ਤੋਂ, ਮੂਰਖ ਬਣਨ ਤੋਂ ਬਚ ਜਾਵੋਗੇ। ਕਿਉਂਕਿ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਜਦੋਂ ਐਪਲੀਕੇਸ਼ਨ ਪੂਰੀ ਵੀ ਹੋ ਜਾਂਦੀ ਹੈ, ਕਈ ਵਾਰ ਵੀਜ਼ਾ ਵੀ ਆ ਜਾਂਦਾ ਹੈ, ਤਾਂ ਜਿਹੜੇ ਲੋਕ ਪੂਰੀ ਤਰ੍ਹਾਂ ਆਪਣੀ ਈਮੇਲ ID ਵੀ CIC ਨੂੰ ਨਹੀਂ ਦਿੰਦੇ, ਪੂਰੀ ਤਰ੍ਹਾਂ ਏਜੰਟਸ ਦੇ ਭਰੋਸੇ ਸਾਰੀ ਗੱਲ ਛੱਡ ਦਿੰਦੇ ਨੇ, ਤਾਂ ਅੰਤ ਵਿੱਚ ਆ ਕੇ ਜਦੋਂ ਸਾਰਾ ਕੰਮ ਹੋ ਜਾਂਦਾ ਹੈ ਤਾਂ ਕਈ ਏਜੰਟਸ ਦੇ ਵੱਲੋਂ ਅਜਿਹਾ ਕਰਨ ਦੇ ਮਾਮਲੇ ਸਾਹਮਣੇ ਆਏ ਨੇ ਕਿ ਉਹ ਦੁਬਾਰਾ ਕਹਿੰਦੇ ਨੇ ਕਿ ਇੰਨੇ ਪੈਸੇ ਲੱਗਣਗੇ, ਤੁਹਾਡੀ ਫਾਈਲ 'ਚ ਇਹ ਗੜਬੜ ਹੋ ਗਈ ਹੈ ਜਾਂ ਫਿਰ ਇਹ ਕਾਗਜ਼ ਪੱਤਰ ਮੰਗੇ ਗਏ ਨੇ, ਉਸ ਦੇ ਲਈ ਇੰਨੇ ਪੈਸੇ ਲੱਗਣੇ ਨੇ, ਅਤੇ ਉਹ ਜਿਹੜੇ ਪੈਸੇ ਨੇ ਉਹ ਵਾਧੂ ਦੇ ਉਹਨਾਂ ਵੱਲੋਂ ਫਾਲਤੂ ਲਏ ਜਾਂਦੇ ਨੇ। ਅਜਿਹਾ ਕੁਝ ਵੀ ਨਹੀਂ ਹੁੰਦਾ ਅਤੇ ਫਿਰ ਬਾਅਦ ਵਿੱਚ ਉਹ ਪੈਸੇ ਲੈ ਕੇ ਕੁਝ ਦਿਨਾਂ ਬਾਅਦ ਕਹਿ ਦਿੱਤਾ ਜਾਂਦਾ ਹੈ ਕਿ ਹਾਂਜੀ ਤੁਹਾਡਾ ਕੰਮ ਹੋ ਗਿਆ, ਤੁਹਾਡਾ ਵੀਜ਼ਾ ਆ ਗਿਆ ਜਾਂ ਫਿਰ ਐਪਲੀਕੇਸ਼ਨ ਪੂਰੀ ਹੋ ਗਈ ਹੈ। ਪਰ ਜੇਕਰ ਤੁਸੀਂ ਆਪਣੀ ਈਮੇਲ ID CIC ਦੇ ਵਾਸਤੇ CIC ਨੂੰ ਦੇਵੋਗੇ ਤਾਂ ਤੁਹਾਡੀ ਈਮੇਲ ਦੇ ਉੱਤੇ ਆਵੇਗਾ ਕਿ ਕਿਹੜਾ ਕਾਗਜ਼ ਪੱਤਰ ਘੱਟ ਹੈ ਅਤੇ ਕਿਹੜਾ ਪੂਰਾ ਕਰਨ ਵਾਲਾ ਹੈ। ਕਿਉਂਕਿ ਜਦੋਂ CIC ਨੂੰ ਕੋਈ ਵੀ ਐਪਲੀਕੇਸ਼ਨ ਭੇਜੀ ਜਾਂਦੀ ਹੈ, ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟ ਦੇ ਬਾਰੇ ਹੋਵੇ, ਚਾਹੇ ਉਹ PR ਦੇ ਬਾਰੇ ਹੋਵੇ, ਕਿਸੇ ਵੀ ਚੀਜ਼ ਦੇ ਬਾਰੇ ਹੋਵੇ, ਤਾਂ CIC ਦੇ ਵੱਲੋਂ ਸਿਰਫ ਈਮੇਲ ਕਰਕੇ ਜੋ 'ਚ ਕੋਈ ਕਮੀ ਹੋਵੇ ਤਾਂ ਕਾਗਜ਼ ਪੱਤਰ ਮੰਗੇ ਜਾਂਦੇ ਨੇ। ਇਹ ਨਹੀਂ ਹੈ ਕਿ ਸਿੱਧਾ ਹੀ ਫਾਈਲ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਹੈ। ਤਾਂ ਉਸ ਦੇ ਉੱਤੇ ਧਿਆਨ ਜ਼ਰੂਰ ਦਿੱਤਾ ਜਾਵੇ ਕਿ ਹੋ ਸਕਦਾ ਕਿ ਸਿੱਧਾ ਵੀ ਉਹ ਰਿਜੈਕਟ ਕਰ ਦੇਣ ਫਾਈਲ ਨੂੰ, ਪਰ ਹੋ ਸਕਦਾ ਕਿ ਈਮੇਲ ਦੇ ਵਿੱਚ ਕਾਗਜ਼ ਉਹਨਾਂ ਨੇ ਮੰਗੇ ਹੋਣ, ਜਿਸ ਦੇ ਉੱਤੇ ਤਾਂ ਹੀ ਧਿਆਨ ਦਿੱਤਾ ਜਾ ਸਕਦਾ ਜੇ ਤੁਸੀਂ ਆਪ ਉਸ ਦੇ ਵਿੱਚ ਸ਼ਾਮਲ ਹੋਵੋਗੇ, ਪੂਰੀ ਜਾਣਕਾਰੀ ਆਪ ਲੈ ਰਹੇ ਹੋਵੋਗੇ। I want to end this morning with some good news, something we haven't had enough of lately. As of today, Canada now has its first university in the north. Yukon College is becoming the new Yukon University. And as a cornerstone for this step, our government has already provided $26 million for a new science building. To everyone who helped make this milestone happen, congratulations. Not just for students, but for all of us. This is truly something to celebrate. Young people have the power to change our country for the better, and it's up to us to make sure that no matter where they live, they have the tools to chase their dreams and succeed. Today, more than ever, we need their vision and their creativity, because that
is our path forward. ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।